ਭਗਵਾਨ। ਦਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਦਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾ। ਹਰ ਭਗਤਾਂ ਕਾ ਆਸੁਰਾ, ਅਨ ਨਾਹੀ ਠਾਓ। ਤਾਨ ਦੀਵਾਨ ਪਰਵਾਰ ਧਨ, ਪ੍ਰਭ ਤੇਰਾ ਨਾਉ। ਹਰ ਭਗਤਾਂ ਕਾ ਆਸੁਰਾ, ਅਨ ਨਾਹੀ ਠਾਓ। ਤਾਨ ਦੀਵਾਨ ਪਰਵਾਰ ਧਾਨਾ, ਪ੍ਰਭ ਤੇਰਾ ਨਾਮ। ਸਨਮਾਨਯੋਗ ਗੁਰੂ ਨਿਵਾਜੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਆਓ ਸਾਰੇ ਇੱਕ ਵਾਰ ਰਸਨਾ ਨੂੰ ਕਰੋ ਪਵਿੱਤਰ। ਗੁਰੂ ਬਖਸ਼ੀ ਗੁਰੂ ਫਤਿਹ ਦੀ ਸਾਂਝ ਪਾਓ। ਜਿੱਥੇ ਜਿੱਥੇ ਦੇਸ਼ ਵਿਦੇਸ਼ ਵਿੱਚ, ਆਪੋ ਆਪਣੇ ਘਰਾਂ ਵਿੱਚ ਵੀ ਅਤੇ ਇਸ ਸਥਾਨ 'ਚ ਸਤਿਗੁਰੂ ਦੀ ਪਾਵਨ ਹਜ਼ੂਰੀ 'ਚ ਜੁੜ ਮਿਲ ਬੈਠੀ ਸਾਰੀ ਸੰਗਤ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬੜ ਭਾਗੀ ਹੋ। ਧੰਨ ਧੰਨ ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੋ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਆਪ ਸੰਗਤਾਂ ਹਰ ਰੋਜ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਆ ਰਹੇ ਹੋ। ਵੱਖ ਵੱਖ ਸਤਿਕਾਰਤ ਹਸਤੀਆਂ, ਸਿੰਘ ਸਾਹਿਬਾਨ, ਪੰਥ ਦੇ ਮਹਾਨ ਵਿਦਵਾਨ ਆ ਕਰਕੇ ਇਸ ਸਥਾਨ ਤੇ ਉੱਤਮ ਵਕਤੇ ਹਾਜ਼ਰੀਆਂ ਭਰ ਕੇ ਆਪ ਸੰਗਤਾਂ ਨੂੰ ਗੁਰਬਾਣੀ ਦੀ ਜੋ ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ ਸ਼ਰਵਨ ਕਰਾ ਕੇ ਗੁਰਬਾਣੀ ਨਾਲ ਜੋੜਦੇ ਆ ਰਹੇ ਹਨ। ਲੜੀਵਾਰ ਵਿਚਾਰ ਅਧੀਨ ਜੋ ਪਾਵਨ ਸ਼ਬਦ ਬਿਲਾਵਲ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਸੱਚ ਦੇ ਸੂਰਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਜਿਸ ਦੀ ਕਥਾ ਆਪ ਸੰਗਤਾਂ ਨੇ ਸਰਵਣ ਕਰਨੀ ਆ। ਉਹ ਸੰਪੂਰਨ ਸ਼ਬਦ
ਆਪ ਸੰਗਤਾਂ ਨੇ ਹੁਣੇ ਹੀ ਮੇਰੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ, ਪੰਥ ਦੇ ਮਹਾਨ ਵਿਦਵਾਨ, ਇਸ ਅਸਥਾਨ ਦੇ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੇ ਪਾਸੋਂ ਆਪ ਸੰਗਤਾਂ ਨੇ ਸੰਪੂਰਨ ਸ਼ਬਦ ਮੁੱਖ ਵਾਕ ਦੇ ਰੂਪ ਵਿੱਚ ਸਰਵਣ ਕੀਤਾ ਹੈ ਅਤੇ ਰੰਭਤਾ ਦੀਆਂ ਪੰਕਤੀਆਂ ਹੁਣੇ ਆਪ ਸਰਵਣ ਕੀਤੀਆਂ ਹਨ। ਇਸ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਕੁਝ ਕੁ ਸਮਾਂ ਆਪ ਗਿਆਨੀ ਰਣਜੀਤ ਸਿੰਘ ਜੀ ਦੇ ਪਾਸੋਂ ਸਰਵਣ ਕੀਤਾ ਹੈ। ਅੱਜ ਉਸ ਸਮਰੱਥ ਸਤਿਗੁਰੂ ਦਾ ਪਾਵਨ ਪਵਿੱਤਰ ਜੋਤੀ ਜੋਤ ਸਮਾਵਣ ਦਾ ਗੁਰਪੁਰਬ ਹੈ, ਜਿਹੜੇ ਦੀਨ ਦੁਨੀਆ ਦੇ ਮਾਲਕ, ਗੁਰ ਸਿੱਖੀ ਦੇ ਸਿਰਜਣਹਾਰ, ਇਸ ਸੜ ਵਲ ਰਹੀ ਲੁਕਾਈ ਨੂੰ ਤਾਰਨ ਵਾਸਤੇ ਸੰਸਾਰ ਦੇ ਅੰਦਰ ਧੰਨ ਪਰਮ ਕਿਰਪਾਲੂ, ਧੰਨ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਸ ਗੁਰੂ ਦੀ ਸਿਫਤ ਕਰਦੇ ਆ ਪੰਚਮ ਗੁਰਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕਿਹਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਸ ਗੁਰੂ ਦੀ ਮਹਿਮਾ ਸਰਵ ਵਿਸ਼ਵ ਭਰ ਦੇ ਅੰਦਰ ਭਾਵਨਾ ਵਾਲੇ ਜਗਤ ਜੀਆਂ ਦੇ ਹਿਰਦਿਆਂ ਦੇ ਅੰਦਰ ਸਾ ਰਹੀ ਹੈ। ਗੁਰਬਾਣੀ ਚ ਹਜ਼ੂਰ ਨੇ ਕਿਹਾ, ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਇਸ ਜਗਤ ਜੀਆਂ ਨੂੰ ਤਾਰਨ ਲਈ ਆਪ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਰੂਪ ਹੋ ਕਰਕੇ 1469 ਦੇ ਅੰਦਰ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਰੂਪ ਹੋ ਕੇ ਰਾਏ ਭੋਏ ਦੀ ਤਲਵੰਡੀ ਵਿਖੇ, ਜਿਸ ਨੂੰ ਅੱਜ ਅਸੀਂ ਨਨਕਾਣਾ ਸਾਹਿਬ ਦੇ ਨਾਮ ਨਾਲ ਸਤਿਕਾਰ ਨਾਲ ਯਾਦ ਕਰਦੇ ਹਾਂ, ਉੱਥੇ ਪਿਤਾ ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਨੂੰ ਪਿਤਾ ਜੀ ਨੂੰ ਮਹਿਤਾ ਬਾਬਾ ਕਾਲੂ ਜੀ ਕਰਕੇ ਵੀ ਜਾਣਿਆ ਜਾਂਦਾ ਹੈ, ਉਹਨਾਂ ਦੇ ਘਰ ਮੇਰੇ ਸਤਿਗੁਰੂ ਸੰਸਾਰ ਨੂੰ ਤਾਰਨ ਲਈ ਪ੍ਰਗਟ ਹੋਏ। ਆਪ ਧੁਰੋਂ ਗੁਰੂ ਸਰੂਪ ਹੋ ਕੇ ਪ੍ਰਗਟ ਹੋਏ। ਜਿੱਥੇ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਵੀ ਬਾਲਕ ਅਵਸਥਾ 'ਚ ਬਾਲ ਚੋਜ ਕਰਦਿਆਂ ਜਗਤ ਜੀਆਂ ਨੂੰ ਤਾਰਿਆ ਹੈ, ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਨਾਨਕ ਆਨਨ ਭਣੇ ਕਹਾਣੀ, ਭਗਤ ਵਿਰਾਗ ਵਿਖੈ ਜੋ ਸਾਨੀ। ਕਵੀ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਵਿੱਚ ਲਿਖਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਬਾਲਕ ਅਵਸਥਾ ਵਿੱਚ ਵੀ ਨਾਲ ਦੇ ਹਾਣੀਆਂ ਬੱਚਿਆਂ ਨਾਲ ਖੇਲਦਿਆਂ ਰਾਏ ਭੋਏ ਦੀ ਤਲਵੰਡੀ ਵਿੱਚ ਉਹ ਪ੍ਰਭੂ ਦੀਆਂ ਕਥਾ ਕਹਾਣੀਆਂ ਆਪ ਜੀ ਸਰਵਨ ਕਰਾ ਕੇ ਜਗਤ ਜੀਆਂ ਨੂੰ ਤਾਰਦੇ ਸਨ। ਪਿਤਾ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਫਿਰ ਹਜੂਰ ਸੁਲਤਾਨਪੁਰ ਦੀ ਧਰਤੀ ਤੇ ਭੈਣ ਬੇਬੇ ਨਾਨਕੀ ਜੀ ਦੇ ਨਾਲ ਉੱਥੇ ਆ ਕੇ ਸਾਨੂੰ ਧਰਮ ਦੀ ਕਿਰਤ ਕਰਨ ਦੀ ਜਾਚ ਸਿਖਾਲਣ ਵਾਸਤੇ ਲਾਏ। ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਇਹ ਕੁਝ ਸਿਖਾਲਣ ਵਾਸਤੇ ਮੇਰੇ ਸਮਰੱਥ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨਾ ਸੁਲਤਾਨਪੁਰ ਵਿੱਚ ਆ ਕੇ ਕੀਤਾ ਹੈ। ਮੋਦੀ ਖਾਨੇ ਦੇ ਅੰਦਰ ਬੈਠ ਕੇ ਸਤਿਗੁਰੂ ਜੀ ਨੇ ਜਿਸ ਲਈ ਸੰਸਾਰ ਵਿੱਚ ਆਏ ਸਨ, ਉਹ ਕੁਝ ਸੰਸਾਰ ਨੂੰ ਤਾਰਨ ਲਈ ਆਪ ਜੀ ਨੇ ਉੱਥੇ ਉਪਦੇਸ਼ ਦੇਣਾ ਸ਼ੁਰੂ ਕੀਤਾ ਹੈ। ਮੈਂ ਬੇਨਤੀ ਕਰ ਦੇਵਾਂ ਗੁਰਸੰਗਤ ਜੀ, ਗੁਰੂ ਨਾਨਕ
ਸਰਗੁਣ ਸਰੂਪ ਵਿੱਚ 10 ਸਰੂਪ ਧਾਰਨ ਕੀਤੇ ਨੇ। 10 ਸਰੂਪਾਂ ਦੇ ਅੰਦਰ ਉਹੀ ਗੁਰੂ ਨਾਨਕ ਦੀ ਜੋਤ ਜੋਤ ਹੋਹਾ, ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਜਿਹੜਾ 10ਵੇਂ ਜਾਮੇ 'ਚ ਉਪਦੇਸ਼ ਦਿੱਤਾ ਉਹੀ ਪਹਿਲੇ ਸਰੂਪ 'ਚ ਸ਼ੁਰੂ ਕੀਤਾ ਹੈ ਸੁਲਤਾਨਪੁਰ ਦੀ ਧਰਤੀ ਤੋਂ। ਕਿਉਂਕਿ ਸੰਸਾਰ ਕੋ ਲੁਕਾਈ ਵਹਿਮਾਂ ਭਰਮਾਂ ਪਖੰਡਾਂ ਦੇ ਅੰਦਰ ਘਿਰੀ ਹੋਈ ਸੀ। ਸੰਸਾਰ ਦੇ ਅੰਦਰ ਬੜਾ ਪਖੰਡ ਦਾ ਬੋਲਵਾਲਾ ਸੀ। ਸੰਸਾਰਕ ਜੀਵ ਜੜ ਚੀਜ਼ਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਸੰਸਾਰ ਉਲਝਿਆ ਪਿਆ ਸੀ। ਧੰਨ ਗੁਰੂ ਨਾਨਕ ਸੰਸਾਰ ਨੂੰ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਵਾਸਤੇ ਆਏ ਸਨ। ਆਪ ਨੇ ਉੱਥੇ ਹੀ ਇਹ ਬਖਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਨੇ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਕੀਤਾ ਹੈ। ਹਿੰਦੂ ਚਾਰੋਂ ਵਰਨ ਕੇ ਔਰ ਤੁਰਕ ਚੰਡਾਲ, ਹੋਵਤ ਗੁਰ ਕੇ ਸਿੱਖ ਸਭ ਨਿਤ ਪ੍ਰਤ ਆਏ ਵਿਸਾਲ। ਨਾਮ ਰਰੋ ਭਗਤੀ ਕਰੋ ਬ੍ਰਹਮ ਅਪਾਸੋ ਏਕ, ਜੈ ਸਤਿਗੁਰ ਉਪਦੇਸ਼ ਦੇ ਪ੍ਰਚਾਰਿਓ ਮਤ ਨੇਕ। ਪੂਜਨ ਮੜੀ ਮਸਾਨ ਸਭ ਔਰ ਪਖੰਡਨ ਕੇਰ, ਤਬ ਸਭ ਦਇ ਹਟਾਏ ਗੁਰ ਧਰਮ ਬੜਿਓ ਜੋ ਫੇਰ। ਪਾਹਨ ਮੂਰਤ ਭੈਰਵ ਮੀਰਾ, ਗੋਰ ਮੜੀ ਮਟ ਪੀਰ ਫਕੀਰਾ। ਕੂਰੇ ਜੇ ਪੂਰੇ ਦਿਖ ਰਾਏ, ਮੰਨਣ ਤੇ ਸਭ ਲੋਗ ਹਟਾਏ। ਇਹ ਧੰਨ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੀ ਧਰਤੀ ਤੋਂ ਹੀ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਸੀ। ਸੌਖਿਆ ਹੀ ਅਰਥ ਆਪ ਸੰਗਤਾਂ ਦੇ ਸਮਝ ਪਏ ਹੋਣਗੇ, ਕਿਉਂਕਿ ਸਮਾਂ ਸੀਮਤ ਹੈ। ਗੁਰੂ ਨਾਨਕ ਦੀ ਕਥਾ, ਗੁਰੂ ਨਾਨਕ ਦਾ ਇਤਿਹਾਸ ਮਹਾਨ ਵਿਸਾਰ ਹੈ। ਮੈਂ ਸੰਖੇਪ ਰੂਪ ਵਿੱਚ ਹੀ ਬੇਨਤੀ ਕਰਨੀ ਆ, ਸ਼ਬਦ ਦੀ ਵਿਚਾਰ ਵੀ ਆਪਾਂ ਨੇ ਸਰਵਨ ਕਰਨੀ ਆ। ਗੁਰੂ ਪਿਆਰਿਓ, ਮੈਂ ਆਰੰਭ 'ਚ ਬੇਨਤੀ ਕੀਤੀ ਆ, ਜੋ 10ਵੇਂ ਜਾਮੇ 'ਚ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ। ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੈ। ਇਹ ਉਪਦੇਸ਼ ਪਹਿਲੇ ਸਰੂਪ ਤੋਂ ਹੀ ਧੰਨ ਗੁਰੂ ਨਾਨਕ ਨੇ ਸ਼ੁਰੂ ਕਰ ਦਿੱਤਾ ਸੀ। ਹਜ਼ੂਰ ਨੇ ਫਿਰ ਸੋਧਨ ਚੜਿਆ ਧਰਤ ਲੁਕਾਈ। ਗੁਰੂ ਨਾਨਕ ਸੁਲਤਾਨਪੁਰ ਦੀ ਧਰਤੀ ਤੋਂ 4 ਉਦਾਸੀਆਂ ਸਤਿਗੁਰੂ ਨੇ ਲਗਾ ਕੇ ਇਸ ਜਗਤ ਜੀਆਂ ਨੂੰ ਤਾਰਨਾ ਕੀਤਾ। ਗੁਰੂ ਸੰਗਤ ਜੀ, ਜਿੱਥੇ ਮੇਰੇ ਸਮਰੱਥ ਗੁਰੂ ਨਾਨਕ ਗਏ ਹਨ, ਸਭ ਗੁਰੂ ਨਾਨਕ ਦੇ ਚਰਨਾਂ ਤੇ ਝੁਕੀ ਆ ਲੁਕਾਈ। ਉਸ ਮੌਕੇ ਦੇ ਵੱਡੇ ਵੱਡੇ ਪੀਰ ਫਕੀਰ, ਔਲੀਏ ਅਵਤਾਰ ਪੈਗੰਬਰ, ਕਰਾਮਾਤਾਂ ਦੇ ਧਾਰਨ ਵਾਲੇ ਵੱਡੇ ਵੱਡੇ ਸਿੱਧ ਲੋਕ ਗੁਰੂ ਨਾਨਕ ਦੇ ਅੱਗੇ ਝੁਕੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਵਚਨ ਹਨ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸਾਤ ਸਿੱਧਾਂ ਵਿੱਚ ਆਏ। ਜਿਨ ਮੇਲਾ ਸ਼ਿਵਰਾਤ ਦਾ, ਖਟ ਦਰਸ਼ਨ ਆਦੇਸ਼ ਕਰਾਏ। ਸਿੱਧ ਬੋਲਨ ਸੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਪਿਆਰਿਓ, ਕਿਸੇ ਪੀਰ ਪੈਗੰਬਰ ਔਲੀਏ ਅਵਤਾਰ ਨੂੰ ਦੂਸਰਿਆਂ ਨੇ ਨਹੀਂ ਕਿਹਾ ਵੀ ਤੇਰੀ ਵੱਡੀ ਕਮਾਈ ਹੈ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹੀ ਕਹਿਣਾ ਬਣਾਉਂਦਾ ਹੈ। ਸਿੱਧ ਬੋਲਨ ਸੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਐਵੇਂ ਨਹੀਂ ਗੁਰੂ ਪੰਚਮ ਗੁਰਦੇਵ ਨੇ ਕਿਹਾ ਸਭ ਤੇ ਵੱਡਾ ਸਤਿਗੁਰੂ ਨਾਨਕ। ਸਿੱਧਾਂ ਨੇ ਵੀ ਕਹਿ ਦਿੱਤਾ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਅਕਾਲ ਪੁਰਖ ਵਾਹਿਗੁਰੂ ਸਰੂਪ ਹੋ ਕਰਕੇ ਸੰਸਾਰ ਦੇ ਅੰਦਰ ਗੁਰੂ ਪਿਆਰਿਓ ਪ੍ਰਗਟ ਹੋਏ ਹਨ। ਜਗਤ ਜੀਆਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
चार उदासियां लगा के तारना किया है। भाई गुरदास जी अगलियां पंक्तियां विच इसे पौड़ी च जिक्र करते ने, मेलियों बाबा उठिया मुल्ताने दी ज़ियारत जाए, अगों पीर मुल्तान दे दुध कटोरा भर लै आए। मैं संखेप जी बेनती कर देवां, किस मेले तो उठे ने? जेड़ा आरंभ च जिक्र आया है ना, जिन मेला शिवरात दा खट दर्शन आदेश कराए। गुरु नानक शिवरात्रि दा मेला सी, अचल बटाले दी धरती ते, जिथे बड़े लोग इकट्ठे होए हुए सन, जिथे सिद्ध लोग भी बड़े इकट्ठे सन। उत्थों दा बड़ा लंबेरा इतिहास है। पर धन गुरु नानक आप घरवारी होए वरत्या, घरवारी सिख पैरी पाया। गुरु प्यारिओ उस मौके दे बड़े बड़े हंकारी करामाती लोग गृहस्थ धर्म नूं बड़ा माड़ा कहंदे सन, पर मेरे गुरु नानक दे नाल जदों उत्थे चर्चा कीती आ, भाई गुरदास जी कहंदे हन, खादी खुनस जुगीसरा गोष्ठ करन सभे उठाए, पुछे जोगी भंगरनाथ तोहे दुध विच क्यों कांजी पाई। फिटिया चाटा दुध दा रिड़किया मक्खन हथ न आए, भेख उतार उदास दा मत क्यों संसारी रीत चलाई, बात क्यों संसारी रीत चलाई। पर मेरे पातशाह कहन लगे, नानक आखे भंगरनाथ तेरी माओ कुचजी आही, भांडा धोए ना जातियों भाए कुचजे फुल सड़ाए। होए अतीत गृहस्थ छड़ फिर उन्हों के घर मंगन जाए, बिन दिते किस हाथ ना आए। इत्थे सिद्धा नूं सतगुरु पातशाह निरुत्तर करके गृहस्थ शर्म दे गृहस्थ धर्म की महानता दर्शाउंदिया होया, गुरु प्यारिओ इस्लाम धर्म दे पीर लोग भी गृहस्थ नूं कोई बहुता चंगा नहीं सी कहंदे। आनंदपुर साहब की धरती का जदों असी इतिहास पढ़ते हाँ, धन गुरु गुरु तेग बहादुर जी महाराज ने 1665 19 जून नूं राजा दीप चंद दी राणी दे कोलों आनंदपुर साहब की धरती खरीद करके सतगुरु पातशाह राणी चंपा दे कोलों धरती खरीद के कुछ पिंडां दे आनंदपुर साहिब वसावना कीता सी। गुरप्रताप सूरज ग्रंथ विच जिक्र है, रोपड़ दे रहन वाला एक मुसलमान पीर इथों दी लंघिया है, अगे अपने मरीदां नूं मिलण वास्ते जा रहा है। आनंदपुर साहब दे अंदर बड़ियां रौनकां लगियां होईयां। गुरु तेग बहादुर जी महाराज सोहने सुंदर स्थान मकान तैयार करवा रहे हैं। त्याग ते विराग की मूर्ति सतगुरु बख्शिश कर रहे ने। गुरु तेग बहादुर जी महाराज बेअंत गृहस्थी गुरु के सिख सेवा च जुटे हुए हैं। जदों उस पीर ने देखिया भी इन्ना इकट्ठ, इन्ने सोहने मकान मंदिर इत्थे बन रहे हैं, गुरु के सिखां नूं पुछ लिया पीर ने भी इत्थे कौन ठहरे हुए ने, ये किस वास्ते मकानां दी उसारी की जा रही है। गुरसिखा ने दसिया दीन दुनिया दे मालक गुरु नानक दा नवा स्वरूप गुरु तेग बहादुर जी इत्थे ठहरे आ। गुरु तेग बहादुर जी नवा नगर इत्थे बसा रहे हैं। पीर ने कह दिता गुरसिखा नूं, कहन लग्या गुरु नानक दा नवा स्वरूप गुरु हो करके फिर आ गृहस्थ जंजालां च इन्हां गृहस्थ धंधियां दे अंदर फसन की की लोड़ रह गई है। गुरु नूं इन्नी गल कह के अगे तुरन लग्या, नाल ही कहन लग्या मैं वापस आउंदा होया तुहाडे कोलों पुछांगा। गुरसिखा नूं कहंदा तुसीं अपने गुरु दे कोलों ये गल पुछ के मैनूं उत्तर देना। मैं संखेप जी बेनती कर रहा गुरु प्यारिओ, पीर वापस आया है। गुरसिखा ने गुरु तेग बहादुर जी नूं बेनती द्वारा दस दिता सी, पातशाह एक पीर लंघिया इत्थों दी आ कुछ कह के गया है। हजूर कहन लगे जदों वापस आया सानू मिलायो। सतगुरु दे कोल ओ पीर आया, सिखा ने मिलाया। पीर ने फिर गुरु जी दे कोल भी एक गल कह दी, कहन लग्या जी आप पीर गुरुआं दे गुरु हो करके
ਆ ਝਮੇਲਿਆਂ 'ਚ ਪੈਣ ਦੀ, ਆ ਗ੍ਰਿਸ਼ਤਕ ਧੰਦਿਆਂ ਦੇ ਗ੍ਰਿਸ਼ਤ ਧੰਦਿਆਂ 'ਚ ਖੱਚ ਧੋਣ ਦੀ ਕਿਹੜੀ ਲੋੜ ਪੈ ਗਈ ਆ। ਮੇਰੇ ਸਮਰੱਥ ਗੁਰੂ ਨਾਨਕ ਨੇ ਨਾਮੇ ਸਰੂਪ ਵਿੱਚ ਵੀ ਇਸ ਗ੍ਰਿਸ਼ਤ ਧਰਮ ਦੀ ਮਹਾਨਤਾ ਉਸ ਪੀਰ ਨੂੰ ਦੱਸ ਕੇ ਨਿਰੁੱਤਰ ਕਰ ਦਿੱਤਾ ਸੀ। ਗੁਰਸੰਗਤ ਜੀ, ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਵਚਨ ਆਉਂਦੇ ਹਨ, ਸੁਨੋ ਪੀਰ ਗੁਰਵਾਕ ਉਚਾਰਾ, ਸਕਲ ਅਸਰਮ ਤੇ ਇਹ ਗ੍ਰਿਸ਼ਤ ਉਦਾਰਾ। ਗੁਰੂ ਨਾਨਕ ਦੇਵ ਜੀ ਕਹਿੰਦੇ, ਪੀਰ ਜਿਸ ਗ੍ਰਿਸ਼ਤ ਧਰਮ ਨੂੰ ਤੂੰ ਮਾੜਾ ਕਹਿ ਰਿਹਾ ਨਾ, ਇਹ ਦੁਨੀਆ ਦੇ ਸਾਰੇ ਧਰਮਾਂ ਅਸਰਮਾਂ ਤੋਂ ਗ੍ਰਿਸ਼ਤ ਧਰਮ ਬਹੁਤ ਮਹਾਨ ਹੈ। ਸੁਨੋ ਪੀਰ ਗੁਰਵਾਕ ਉਚਾਰਾ, ਸਗਲ ਅਸਰਮ ਤੇ ਗ੍ਰਿਸ਼ਤ ਉਦਾਰਾ, ਆਪਰ ਸਕਲ ਕੋ ਇਹ ਉਪਜੰਤੋ। ਪਾਤਸ਼ਾਹ ਕਹਿਣ ਲੱਗੇ, ਆ ਤੇਰੇ ਵਰਗੇ ਪੀਰ ਦੁਨੀਆ ਦੇ ਅੰਦਰ ਜਿੰਨੇ ਧਰਮ ਨੇ, ਜਿੰਨੇ ਧਰਮੀ ਲੋਕ ਨੇ, ਸਾਰੇ ਗ੍ਰਿਸ਼ਤ ਚੋਂ ਪੈਦਾ ਹੁੰਦੇ ਹਨ। ਆਪਰ ਸਕਲ ਕੋ ਇਹ ਉਪਜੰਤੋ, ਪੁਨ ਸਭ ਹਨ ਕੋ ਅਲੰਬਰ ਹੰਤੋ। ਐ ਪੀਰ ਜੀ, ਇਹ ਗ੍ਰਿਸ਼ਤੀਆਂ ਤੋਂ ਬਿਨਾ ਕਿਤੋਂ ਪੇਟ ਦੀ ਅੱਗ ਨਹੀਂ, ਭੁੱਖ ਦੀ ਬੁਝਾਈ ਜਾ ਸਕਦੇ। ਜਿੰਨਾ ਮਰਜ਼ੀ ਕੋਈ ਵੱਡਾ ਪੀਰ ਹੋ ਜਾਵੇ, ਉਹਨੂੰ ਗ੍ਰਿਸ਼ਤੀਆਂ ਦੇ ਘਰਾਂ ਦੇ ਜਾ ਕੇ ਅੱਗੇ ਹੱਥ ਅੱਡਣੇ ਪੈਂਦੇ ਹਨ ਪੇਟ ਦੀ ਅੱਗ ਬੁਝਾਉਣ ਵਾਸਤੇ। ਪੁਨ ਸਭ ਹਨ ਕੋ ਅਲੰਬਰ ਹੰਤੋ, ਸਾਰਿਆਂ ਦਾ ਆਸਰਾ ਇਹ ਗ੍ਰਿਸ਼ਤ ਅਸਰਮ ਹੀ ਹੈ। ਤਦ ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ, ਸਕਲ ਧਰਮ ਹੈ ਗ੍ਰਿਸ਼ਤ ਪ੍ਰਧਾਨ ਹੈ। ਅਚਲ ਬਟਾਲੇ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾ ਨੂੰ ਨਿਰੁੱਤਰ ਕਰ ਦਿੱਤਾ ਸੀ। ਹੁਣ ਇੱਥੋਂ ਗੁਰੂ ਨਾਨਕ ਦੇਵ ਜੀ ਜਨ ਮੇਲਾ ਸ਼ਿਵਰਾਤ ਦਾ ਖੜ ਦਰਸ਼ਨ ਆਦੇਸ਼ ਕਰਾਈ। ਇੱਥੋਂ ਗੁਰੂ ਨਾਨਕ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਯਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਗੁਰੂ ਪਿਆਰਿਓ, ਮੁਲਤਾਨ ਦੇ ਬਹੁਤ ਪੀਰ, ਮੁਲਤਾਨ ਸ਼ਹਿਰ ਪੀਰਾਂ ਨਾਲ ਭਰਿਆ ਹੋਇਆ ਸੀ। ਨਾਨਕ ਪ੍ਰਕਾਸ਼ ਅੰਦਰ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਕਹਿੰਦੇ ਸਾਰੇ ਪੀਰ ਇਕੱਠੇ ਹੋ ਗਏ, ਸਾਰਿਆਂ ਨੇ ਇਕੱਠੇ ਹੋ ਕੇ ਆਪਸ ਵਿੱਚ ਮਸ਼ਵਰਾ ਕੀਤਾ। ਕਹਿਣ ਲੱਗੇ, ਇੱਥੇ ਉਹ ਗੁਰੂ ਨਾਨਕ ਆ ਰਹੇ ਨੇ ਜਿਨ੍ਹਾਂ ਦੇ ਅੱਗੇ ਸਭ ਕੋਈ ਝੁਕ ਗਏ ਨੇ, ਵੱਡੇ ਵੱਡੇ ਪੀਰ। ਇੱਕ ਸਿਆਣਾ ਪੀਰ ਵਿੱਚੋਂ ਕਹਿਣ ਲੱਗਿਆ, ਜਿੱਥੇ ਹੋਰ ਉਹਨਾਂ ਅੱਗੇ ਸਾਰੇ ਸਿੱਧ ਵਗੈਰਾ ਹਾਰ ਗਏ ਨੇ, ਤੇ ਜੇ ਚਰਚਾ ਕੀਤੀ ਆਪਾਂ ਵੀ ਹਾਰ ਖਾਵਾਂਗੇ। ਚੰਗੀ ਗੱਲ ਆ, ਆਪਣੀ ਇੱਜ਼ਤ ਆਪਣੇ ਹੱਥ ਹੈ। ਗੁਰੂ ਨਾਨਕ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਕੇ ਵਿਦਾ ਕਰ ਦਈਏ, ਉਹਨਾਂ ਨਾਲ ਚਰਚਾ ਨਾ ਕਰੀਏ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਪੀਰ ਕਹਿਣ ਲੱਗੇ, ਇਨ ਜੀਤੇ ਸਭ ਥਾਨ ਮਹਾਨਾ, ਕਾਬਾ ਚਰਨਨ ਸੰਗ ਫਰਾਨਾ। ਚਰਚਾ ਅਜਮਤ ਮੈਂ ਇਹ ਭਾਰੀ, ਸਕਿਓ ਨਾ ਕਉ ਅਟਕ ਅਗਾਰੀ। ਪੀਰ ਕਹਿਣ ਲੱਗੇ, ਗੁਰੂ ਨਾਨਕ ਚਰਚਾ 'ਚ ਤੇ ਸ਼ਕਤੀ 'ਚ ਐਡੇ ਸਮਰੱਥ ਨੇ, ਇਹਨਾਂ ਦੇ ਅੱਗੇ ਕੋਈ ਖੜ ਨਹੀਂ ਸਕਿਆ ਹੈ। ਇਸ ਲਈ ਇਹਨਾਂ ਦੇ ਨਾਲ ਨਾ ਬਟੰਡਾਵਾਦ ਕੀਤਿਆਂ ਗੱਲ ਬਣ ਆਉਣੀ ਆ, ਸਰਬਰਵਾਦ ਨਹੀਂ ਬਣ ਆਈ, ਬੇਨਤੀ ਕਰਕੇ ਕਰੋ ਵਿਦਾਈ। ਕਹਿਣ ਲੱਗੇ, ਨਾ ਚਰਚਾ 'ਚ ਆਪਾਂ ਜਿੱਤ ਸਕੀਏ, ਨਾ ਝਗੜੇ 'ਚ ਜਿੱਤ ਸਕੀਏ, ਚੰਗੀ ਗੱਲ ਇਹ ਹੈ ਆਪਾਂ ਇਹਨਾਂ ਨੂੰ ਬੇਨਤੀ ਕਰਕੇ ਇੱਥੋਂ ਵਿਦਾ ਕਰ ਦਈਏ। ਆਖਰ ਇਹ ਸਲਾਹ ਸਾਰਿਆਂ ਨੇ ਕਰ ਲਈ। ਫਿਰ ਵਿੱਚੋਂ ਸਿਆਣੇ ਕਹਿਣ ਲੱਗੇ, ਆਪਾਂ ਕਰਾਮਾਤ ਦੀ ਗੱਲ ਕਿਵੇਂ ਜਾਣ ਸਕਾਂਗੇ ਵੀ ਉਹ ਸਮਰੱਥ ਨੇ, ਉਹ ਅੰਤਰਜਾਮੀ ਨੇ, ਉਹ ਸਭ ਕੁਝ ਜਾਣਨਹਾਰ ਨੇ, ਕਿਵੇਂ ਜਾਣਾਂਗੇ। ਅੱਗੋਂ ਕਹਿਣ ਲੱਗੇ, ਆਪਾਂ ਕਹਿੰਦੇ ਦੁੱਧ ਦਾ ਕਟੋਰਾ ਭਰ ਕੇ ਉਹਨਾਂ ਦੇ ਅੱਗੇ ਪੇਸ਼ ਕਰ ਦਿੰਦੇ ਆ। ਇਹ ਕਹਿਣਾ ਮੁੱਖੋਂ ਨਹੀਂ ਕਹਿਣ ਦੀ ਲੋੜ ਪਵੇਗੀ, ਜੇ ਉਹ ਸਮਰੱਥ ਹੋਣਗੇ, ਅੰਤਰਜਾਮੀ ਹੋਣਗੇ, ਆਪਣਾ ਭਾਵ ਦਿਲ ਦਾ ਇਹ ਹੋਵੇਗਾ ਵੀ ਜਿਵੇਂ ਕਟੋਰਾ ਦੁੱਧ ਦਾ ਭਰਿਆ ਨਾ, ਇਹ ਮੁਲਤਾਨ ਸ਼ਹਿਰ ਵੀ ਪੀਰਾਂ ਨਾਲ ਭਰਿਆ ਜੀ, ਤੁਹਾਡੇ ਲਈ ਇੱਥੇ ਕੋਈ ਥਾਂ ਨਹੀਂ ਹੈ। ਅਗਲੀਆਂ ਪੰਕਤੀਆਂ ਕਵੀ ਸੰਤੋਖ ਸਿੰਘ ਜੀ ਨੇ ਲਿਖੀਆਂ ਹਨ, ਕਹਿੰਦੇ, ਸਰਬਰਬਾਦ ਨਹੀਂ ਬਣ ਆਈ, ਬੇਨਤੀ ਕਰਕੇ ਕਦੋਂ ਕਰੋ ਵਿਦਾਈ। ਇਵੇਂ ਵਿਚਾਰ ਕਰ दूध कटोरा भर कर लै आए गुर ओरा। इउं विचार के कहते दुध का कटोरा गुरु नानक अगे भर के लैके आए ने। यही जनाबन तिसने कीनो पीरी पुर मुल्तान सो चीनो। यही जनाउना कीता पातशाह, ये पीरां दे नाल मुल्तान शहर पूर्ण है, भरिया होया है। नहीं समाई राबर केरी गमनो अपर थान सो हेरी। महाराज तुहाडे लई इत्थे कोई थां नहीं, इत्थे जगह पहले ही पूर्ण है पीरां दे नाल। गमनो अपर थान सो हेरी, होर थां आप देख के चले जाओ। इस भाव की व्याख्या ही
ਚੌਪਾਈ ਸਾਹਿਬ ਭਾਈ ਗੁਰਦਾਸ ਜੀ ने कर दी। फिर अपनी पौड़ी के अंदर भी मेलियों बाबा उठिया मुल्ताने दी यारत जाई, अगों पीर मुल्तान दे दुध कटोरा भर लै आई। दुध का कटोरा भर के सतगुरु दे पेश किया है। बाबे कढ़ कर बगल ते चंबेली दुध विच मिलाई, ज्यों सागर विच गंग समाई। गुरु प्यारिओ सतगुरु ने चंबेली का फुल दुध ते रख के उन्हां दी शंका दूर कर दी। जिवें दुध कदे डुलिया नहीं इस फुल दे धरन दे नाल, फुल उत्ते भी समा गया पर इहदे च खुशबू भर दित्ती है। पीरो असीं तुहानूं खेद देण वास्ते नहीं आए, तुहाडे इत्थे तकीए तुहाडे डेरे मल्लण वास्ते नहीं आए, तुहाडीआं महंतियां खोहण वास्ते नहीं आए हां। असीं तां तुहाडे च ईरखा दी अग नाल जो सड़ी जा रहे हो, निमरता शांति भगती प्रेम दी खुशबू भरन वास्ते तुहाडे विच इत्थे आए हां। गुरु प्यारिओ ओ धन गुरु नानक देव जी महाराज दा अज पवित्र ज्योति जोत समावन दा दिहाड़ा है। धन गुरु नानक जदों करतारपुर दी धरती ते अपना स्वरूप धन गुरु अंगद देव जी महाराज नूं थाप करके खडूर साहब भेज दिता है। कोई दिन बाद सतगुरु मेरे पातशाह भाना बरतावन की तैयारी की, ज्योति जोत समावन की। कुछ गुरसिखा ने बेनती की, हथ बन करके पातशाह आप सानू उपदेश दिओ, अपना ये स्वरूप ओले करन लगे हो। कवि संतोख सिंह जी ने उत्थे संगत जी लिखिया है, सतगुरु पातशाह कहन लगे गुरसिखो श्री मुख ते महिमा पुन भाखी, जे नर सिखी के अवलाखी, निस्मय उठे करें अशनान, एक चित जपजी करें वखान। ये अखीर समय ज्योति जोत समावन तो पहला गुरु नानक ने उपदेश दिता है। महाराज कहन लगे गुरसिखो जेड़े सिखी दे चाहवान हन, श्री मुख ते महिमा पुन भाखी, जे नर सिखी के अवलाखी, निस्मय उठे करें अशनान, अमृत वेला संभालो। अमृत वेले इशनान करके एक चित जपजी करे वखान। महाराज कहते एकाग्र मन होके जपजी साहब का पाठ करया करो। गुरु प्यारिओ हजूर अगे कहन लगे अर्थ विचार करें उर्माही, मुक्त होए तिस संशय नाही। जे जपजी साहब दे पावन गुरु की बाणी दे अर्थ विचार के पाठ करया करोगे ना, मोक्ष नूं प्राप्त होवोगे। धन गुरु नानक ने गुरु प्यारिओ 19 रागां दे अंदर सतगुरु पातशाह जी ने 974 तकरीबन शब्द उचार के जगत जियां नूं तारना कीता है। गुरबाणी नूं गुर शब्द नूं सतगुरु ने गुरु प्रगट कीता है। आप शब्द गुरु दे नाल जोड़न वास्ते ही संसार दे अंदर आए सन। सतगुरु गुरु नानक देव जी महाराज फिर जद ज्योति जोत समावन की तैयारी कर लई, जेड़े करनी वाले गुरसिख भी सन, हुण सतगुरु का स्वरूप तकिया मन के अंदर भी ये स्वरूप साथों ओले हो जाएगा सरगुण स्वरूप, तां गुरसिखां दे नेत्रां 'च जल भर आया। ये सुभाविक सी गुरु प्यारिओ, सतगुरु का विछोड़ा गुरु के सिखां लई असह है। कवि संतोख सिंह जी नानक प्रकाश लिखते ने, मेरे समर्थ गुरु नानक ने गुरसिखां दे वल वेख्या ते पातशाह वेख के कहन लगे की गल नेत्रां 'च जल भर लिया, साडा विछोड़ा नहीं चाहुंदे। हथ जोड़ के कहन लगे नीवियां पा के पातशाह सत है आप दा बचन तुहाडा विछोड़ा नहीं चाहुंदे। गुरु नानक देव जी कहंदे गुरसिखो आ शरीरां दा सदीबी मिलाप नहीं है, शरीर दा मिलाप नहीं, मिलाप सदीबी शब्द नाल है। जे तुसी शब्द नाल जुड़ोगे, शब्द गुरु है, फिर तुहाडा साडे नाल सदीबी मिलाप आ। मेरे पातशाह ज्योति जोत समावन तो पहला फिर ये वचन कहे, हजूर दे वचन कवि संतोख सिंह जी ने नानक प्रकाश च कलमबंद कीते आ। पातशाह जी कहन लगे तन स्नेह झूठो सब जानो, क्यों विखाद एतो मन ठानो, दे मैन बिसरन इस भांति, होत दिवस पुन आवे राती। गुरसिखो शरीर दा क्यों मोह करदे हो? ये शरीर तो इउं है जिनते जिमें दिन ते रात आउंदे जांदे आ, दिन ते सर पर पौसी रात। ये शरीर दी भी आउण जाण वाली खेड बनी हुई है। ये पातशाह जी कहंदे तन स्नेह झूठो सब मानो, क्यों विखा दे तो मन ठानो, दे मैन विसरन इस भांति,
होत दिवस पुन आवे राती, जे नर मिले शब्द के संगा, रहे सदीव रात ते रंगा, ते न बिसरे बौर कदाई, ज्यों नीर है मैं नीर समाई। मारे किहड़े जिहड़े शब्द नाल मिले ने ਉਹ ਭਾਈ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਉਹ ਸਾਡੇ ਨਾਲ ਇਉਂ ਮਿਲ ਜਾਵਣਗੇ। ਉਹਨਾਂ ਦਾ ਸਾਡੇ ਨਾਲੋਂ ਕਦੇ ਵਿਛੋੜਾ ਨਹੀਂ ਹੋਵੇਗਾ। ਜੇ ਨਰ ਮਿਲੇ ਸ਼ਬਦ ਕੇ ਸੰਗਾ, ਰਹੇ ਸਦੀਵ ਰਾਜ ਤੇ ਰੰਗਾ, ਤੇ ਨਾ ਬਿਸਰੇ ਬੌਰ ਕਦਾਈ, ਜਿਉਂ ਨੀਰ ਹੈ ਮੈਂ ਨੀਰ ਸਮਾਈ। ਅੱਗੇ ਸਤਿਗੁਰੂ ਜੀ ਕਹਿਣ ਲੱਗੇ, ਜੇ ਨਰ ਮੁਝ ਮਿਲਣੇ ਕੀ ਚਾਹੀ, ਸਦਾ ਬਿਸਰਨੋ ਭਾਵੇਂ ਨਾਹੀ। ਮਰ ਕਹਿੰਦੇ ਗੁਰਸਿੱਖੋ, ਜਿਨ੍ਹਾਂ ਨੇ ਸਾਡੇ ਨਾਲ ਸਦੀਵੀ ਮਿਲਾਪ ਕਰਨਾ, ਕਦੇ ਵੀ ਤੁਸੀਂ ਸਾਡੇ ਨਾਲੋਂ ਵਿਛੜਨਾ ਨਹੀਂ ਚਾਹੁੰਦੇ। ਤੇ ਨਰ ਕਰਹਿ ਸ਼ਬਦ ਅਭਿਆਸ, ਸਰਵਨ ਮੰਨਨ ਨਿਤ ਪ੍ਰਤਨ ਦਿਆਸ। ਮਾਰੇ ਕਹਿੰਦੇ ਉਹ ਗੁਰਸਿੱਖ ਸ਼ਬਦ ਅਭਿਆਸ ਕਮਾਈ ਕਰੋ ਭਾਈ, ਗੁਰਬਾਣੀ ਸ਼ਬਦ ਸੁਣਿਆ ਕਰੋ, ਫਿਰ ਗੁਰਬਾਣੀ ਜੋ ਕਹਿੰਦੀ ਹੈ ਉਹਨੂੰ ਮੰਨਣ ਕਰੋ, ਫਿਰ ਉਹਦੀ ਕਮਾਈ ਕਰੋ। ਸਤਿਗੁਰੂ ਮਾਰੇ ਕਹਿੰਦੇ ਉਹ ਭਾਈ ਸਦਾ ਸਾਡੇ ਨਾਲ ਮਿਲਾਪ ਉਹਨਾਂ ਦਾ ਹੋਵੇਗਾ। ਇਹ ਉਪਦੇਸ਼ ਦਿੰਦਿਆਂ ਮੇਰੇ ਸਮਰੱਥ ਗੁਰੂ ਨਾਨਕ ਦੇਵ ਜੀ ਗੁਰੂ ਪਿਆਰਿਓ, ਕਰਤਾਰਪੁਰ ਦੀ ਧਰਤੀ ਦੇ ਉੱਤੇ 1539 ਨੂੰ ਅੱਸੂਵਦੀ 10ਵੀਂ ਵਾਲੇ ਦਿਨ ਮੇਰੇ ਪਾਤਸ਼ਾਹ ਭਾਣਾ ਵਰਤਾਇਆ ਸੀਗਾ। ਸੂਰਜ ਕਿਰਨ ਮਿਲੈ ਜਲ ਕਾ ਜਲ ਹੂ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। अथवा पवन माहे पवन समाया, ज्योति माहे जोत रल जाया। अज उस परम कृपालू जगत गुरु धन गुरु नानक देव जी महाराज दा पावन ज्योति जोत प्रकाश गुरपुरब आप संगतां बड़ी श्रद्धा भावना दे नाल मना रहे हो। इत्थे दिल्ली शहर दे अंदर गुरुद्वारा गुरु नानक पिओ विखे भी बड़ी भावना दे नाल ये गुरपुरब मनाया जा रहा है। हर थाई सतगुरु किथे नहीं गए, इस दिल्ली दे अंदर भी गुरु नानक ने अपने मुबारक चरण पा के इत्थे बख्शिशां कीतियां ने। तादी सच कह दिता भाई गुरदास जी ने, बाबे डिठी पिरथवी नवा खंड, जिथे तक आही गुरु प्यारिओ। धन गुरु नानक देव जी ने सर्ब संसार नूं तारना कीता है। आओ लड़ीवार विचार अधीन जो पावन शब्द आया है, नियत समय दे अंदर आपां उस पावन शब्द दी विचार आखरी अर्थ रंभता तो सरवण करिए। बेलावल महला पंजवा, हर भगतां का आसरा, अन नाही ठाओ। ये पावन शब्द धन गुरु ग्रंथ साहिब जी दे पावन अंग 815 दे उत्ते गुरु ग्रंथ साहिब जी दे सुशोभित है, जिस विच लड़ीवार विचार इस स्थान ते चल रही है। इस शब्द दे रंभता दे अंदर सतगुरु जी प्रभु परमात्मा दे जेड़े भगत हन उन्हां दा जिक्र हजूर कर रहे हैं। विद्वानां ने 4 तरह के भगत कथन कीते हैं। एक अर्था अर्थी, एक आरत, एक अनन्न, एक ज्ञानी। ये 4 तरह की वख वख अवस्था के धारणी भगत विद्वानां ने मनना कीते हैं। अर्था अर्थी उस भगत नूं मन्निया जिहड़े दे मन दे अंदर पदार्थां दी माया दी इच्छा होवे, पर वो इच्छा रख के प्रभु की भगती च जुड़ गया होवे, फिर ऐसी भगती च तत्पर हो गया, वो भगती करदियां करदियां भगती का रूप ही हो जावे। इस तरह विद्वानां ने निर्णय करदियां भगत ध्रुव जी नूं अर्था अर्थी भगतां दे विच गिणिया है। क्योंकि कारण सी जदों मतरेई मां ने ध्रुव नूं बाप दी गोद दे विचों फड़ के उठा दिता सी धक्का मार के, भगत ध्रुव अपनी मां कोल हटकोरे लैंदा गया। डिडों लिका मां पुछे, सावाणी है कसरिता, सावाणी हा जन्म दी नाम ना भगती, कर्म दृढ़ता। अगों ध्रुव ने कह दिता सी, किस उद्यम ते राज मिले, शत्रु ते सब होवन मीता। पर धन ध्रुव दी मां सी गुरु प्यारिओ। अगों कहन लगी, पुत्र परमेश्वर आराधी है, जिंदू होई है पतत पुनीता। अगों मां सियाणी कहन लगी, पुत्र अपने च कोई शक्ति नहीं,
जे निर्बल हुंदे ने प्रभु की भगती च जुड़ जाते ने, प्रभु परमात्मा उन्हां दी मदद करता है। तेरा बाप राजा है, फौजां दा मालिक है, तेरी मां मतरेई ने गोद चों उठा दिता। जिस बाप की जरूरत नहीं पई भी अपने घरवाली नूं उसनूं तेरी मतरेई मां नूं रोक देवे गोद चों उठाउण लग्गिया, वो अपनी कद मदद करेगा। अपनी किवें बराबरी हो सकती आ? इक्को ही तरीका है, वाहिगुरू की बंदगी करें, वाहिगुरू सब कुछ दे सकता है। अगों कहन लगी मां परमेश्वर आराधी है, जिंदू होई है, पतत पुनीता। पर मां की प्रेरणा नाल फिर बंदगी च जुड़िया भगत। भावें इतिहास दसदा है बाप ने ओदी सुनेहा भेज दिता सी भी आ जा तैनूं हिस्सा देण लई तैयार आ राज दा, पर कहण लग्या हाले तां बंदगी कीती भी नहीं, हुण तां पूर्ण बंदगी भगती करांगा। गुरु प्यारिओ, सतगुरु ने तादी बाणी 14 दृष्टांत दे के सानू समझाया। पांच बरख को अनूत अनाथ ध्रुव बारक, हर सिमरत अमर अटारे। ये नहीं भी बड़ी उम्र के अंदर ही बंदगी की जा सकती है। सतगुरु ने भी कहा नाम जपो जी ऐसे ऐसे, ध्रुव प्रहलाद जप्यो हर जैसे। अज जे किसी मां नूं कहिए मां अपने बच्चे नूं अमृत छका, ये कशहरा पा, ये केस रख, अगों कई मावां दा ये जवाब हुंदा भी ये हाले बहुत छोटा हैगा, हुणे तो काहनूं इस बंधन विच बनना। गुरु प्यारिओ, इन्हां ख्यालां 'च नहीं पैना। बचपन दे विच ही जे बच्चे नूं असीं गुरु नाल जोड़ांगे, उन्हां मावां दा इतिहास विचारो ਜਿਹੜੀਆਂ ਧਨ ਮਤਾਵਾਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਗੋਦ 'ਚ ਬਿਠਾ ਕੇ ਗੁਰਬਾਣੀ ਦੀਆਂ ਲੋਰੀਆਂ ਦਿੰਦੀਆਂ ਸਨ, ਸ਼ਹੀਦਾਂ ਦੀਆਂ ਸਾਖੀਆਂ ਸੁਣਾਉਂਦੀਆਂ ਸਨ। ਅੱਜ ਇਸੇ ਕਰਕੇ ਤਾਂ ਸਾਡੇ ਬੱਚਿਆਂ ਦਾ ਇਹ ਹਾਲ ਹੋ ਰਿਹਾ ਹੈ। ਅੱਜ ਨਾ ਉਹ ਮਤਾਵਾਂ ਰਹੀਆਂ ਅੰਮ੍ਰਿਤ ਵੇਲਾ ਸੰਭਾਲਣ ਵਾਲੀਆਂ, ਅੱਜ ਨਾ ਉਹ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਅੱਜ ਲੋੜ ਹੈ ਉਹਨਾਂ ਪੁਰਾਤਨ ਮਤਾਵਾਂ ਵਾਲੇ ਜੀਵਨ ਦੀ। तो सतगुरु सच्चे पातशाह जी बख्शिश करन। 4 तरह के भगतां दे विचों पहला भगत अर्थी मन्निया है, दूसरा आरत भगत। आरत भगतां की गिनती चो प्रहलाद नूं भी विद्वानां ने मन लिया है, क्योंकि उसनूं भी आरत नाम आ। दुख दा दुख दे समय भावें पहला राम राम दे विच रटण च लग्या, पर जदों होर दुख दिता जाण लग्या बाप वल्लों, फिर तत्पर हो गया बंदगी दे विच। ये दूसरे तरह का भगत दस्सिया है। तीसरा जिहड़ा भगत है गुरु प्यारिओ, वो आनंद भगत मन्ने हैं। आनंद भगतां दे अंदर नामदेव जी नूं भी मन्निया है। ज्ञानी भगत कहो नानक कृपा भगी, भगत ज्ञानी सोए। जोड़े भगत नामदेव जी पिंड पड़ा तो हर गुण गाए वाली अवस्था च वो आनंद भगत सन। रहो विचार समा नहीं मैं विस्तार च निर्णय कर सका। मेरे पातशाह जी कहते ने हर भगतां का आसरा अन नाही ठाओ। प्रभु दे भगतां नूं प्रभु दा ही आसरा है, उन्हां नूं होर कोई दूसरी जगह नहीं। प्रभु परमात्मा तो बिना सुख दे तान दीवान परवार धान, प्रभ तेरा नाम। हे प्रभु भगतां ने तां तेरे नाम नूं ही अपना परिवार मन्निया है, अपना बल भी, आसरा भी, परिवार भी, नाम रूपी धन भी, सब कुछ तेरे नाम नूं ही जानिया है। कर कृपा प्रभ अपने, अपने दास रख लिए। उस प्रभु परमात्मा वाहिगुरु जी ने अपनी कृपा करके बख्शिश करके अपने दासां सेवकां दी हर थां रखिया कीती है। अपने भगतां दी हमेशा रखिया कीती आ। तादी गुरु रामदास जी ने कहा हर जुग जुग भगत, हर जुग जुग भगत तो पाया, पैज रखदा आया राम राजे। हर नाखस दुष्ट हर मारिया, प्रहलाद त्राया। अहंकारियां निंदकां पिठ दे, नाम दियो मुख लाया। हजूर फरमाउंदे ने आप वाहिगुरु अपने प्यारियां दी आप रखिया करदा है। निंदक निंदा कर पते, जम काल ग्रसिए। प्रभु प्यारियां दी निंदिया करन वाले जेड़े निंदक लोग ने, वो निंदिया करदे करदे आप ही पच जांदे ने, सड़ जांदे हन। आखिर नूं मौत दा फरिश्ता जेड़ा जम है ओदे वस विच पैंदे ने, वो उन्हां नूं पकड़ के ले जांदे हन। कीते कर्मां दा फल वो भुगताउंदे हन। रहाओ विश्राम दे के हजूर अगे बख्शिश करदे ने।
संता एक त्यावना दूसर को नाहे। गुरु प्यारिओ भावें संत कह लो, भावें भगत कह लवो, भावें साध कह लवो, भावें गुरसिख कह लवो, गुरमुख कह लो, एक समान अवस्थावां हन। संत भी कोई छोटी जी पदवी नहीं। गुरु रामदास जी ने तद ही कहा, धन धन भगत ना भगत जना जो हर नामा हर मुख कहते हैं। धन धन भगत ना संत जना जो हर जस श्रवणी सुनते हैं। धन धन भगत ना साध जना हर कीर्तन गाए गुणी जन बनते हैं। धन धन भगत ना गुरमुखा जो गुर सिख लै मन जिनते हैं। सबदू बड़े भाग गुर सिखा के जो गुर चरनी सिख पढ़ते आ। संता एक ध्यावना, जेड़े संत जन ने जिन्ना सास ग्रास ना विसरै। हर नामा मन मंत धन से सही नानका। पूर्ण सोई संतो एक प्रभु परमात्मा नूं ध्यावदे ने, दूसर को नाहे और दूसरे नूं किसे नूं नहीं ध्याउंदे हन। गुरु प्यारिओ ध्यावना भी उस इक्को नूं चाहीदा है। एको सिमर एक प्रभु परमात्मा का ही सिमरन करना है। एको जप एको सलाहे, एक नूं जपना है, एक दी सलांघा करनी आ। क्योंकि दूजा काहे सिमरिया जो जम्मै तै मर जाए। उन्होंने की सलाउना है जिहड़े जम्मन मरण के चक्कर विच पैण वाले ने। एक गुरु परमात्मा का सिमरन करिए। पातशाह जी कहते ने, प्रभु दे प्यारे संता एक ध्यावना दूसर को नाहे, वो दूजे किसी नूं होर नहीं ध्याउंदे। एक से आगे बेनते रविया सर्व थाए। वो एक परमात्मा अगे बेनती करते ने संत भगत, किहदे अगे? जेड़ा परमात्मा रविया सब थाए, जेड़ा सारे थावां च समाया है, सारे थावां च मिलिया होया है। जिन्हों सतगुरु ने बाणी च कहा है, जल थल महील पूरिया स्वामी सिरजनहार। अनक भांत होए पसरिया नानक एकंकार। वो उस वाहिगुरु परमात्मा दे अगे एक आगे बेनती, ओदे अगे ही बेनती करते हैं। सानू भी उस अगे ही बेनतियां करनियां चाहिदियां ने। गुरु परमेश्वर नूं छड्ड के किते होर अगे नहीं गुरु के सिख नूं कुछ मंगना चाहिदा। जी की बिरथा होए सो गुर पै, अरदास कर गुरु के सिख ने जो कुछ मंगना है। गुरु प्यारिओ धन गुरु गुरु ग्रंथ साहिब जी दे कोलों मंगना है। गुरु अगे ही अरदास करनी आ। गुरु नूं छड्ड के किसी बंदियां दे अगे नहीं हथ जोड़ने चाहिए। सतगुर सच्चा छड्ड के मनमुख होए बंदे दा बंदा। भाई गुरदास जी कहते ने, मेरे पातशाह बाणी च कहा, मनुख की टेक बिरथी सब जान देवन को एक है भगवान। कथा पुरातन एओ सुनी भगतन की बानी। भगत जना दी पावन बाणी गुरु बाणी राही पुरातन कथा। भाई इस तरह ये पुरातन कथावां दे अंदर ये गल सुनना कीती है। वो की सुनी है? सगल दुष्ट खंड खंड किए जन लिए मानी। जेड़े दुष्ट भगतां नूं दुख देण वाले ने, उन्हां सारियां नूं वाहिगुरु ने टोटे टोटे कर दिता है। अपने प्यारियां दा वाहिगुरु मान सत्कार वधाउंदा है। प्रभु दे प्यारियां नूं ये भगत बाणी ये कह रही आ। भगत कबीर जी का जदों जीवन पढ़दियां, गंगा की गंग गुसायन गैर गंभीर जंजीर बांध कर खरे कबीर। मन ना डिगै तन काहे को डराए। भगत जी कहन लगे, जदों मेरा मन नहीं डिगदा है तन किस वास्ते डराउंदे हो। चरण कमल चित रहो समाए। गंगा की लहर मेरी टुटी जंजीर, मिर्गशाला पर बैठे कबीर। कहे कबीर को संग ना साथ, जल थल राखन है रघुनाथ। भगत कबीर जी कहते, होर कोई आसरा नहीं साडा बई, होर कोई रखिया करन वाला नहीं, एको वाहिगुरु रखिया करन वाला है। समय समय प्रभु दे प्यारियां नूं उस मौके दे हुक्मरान लोगों ने दुख देण दे जतन कीते, पर प्रभु ने अपने प्यारियां दी रखिया कीती आ। की प्रहलाद दी रखिया नहीं कीती? हरनाक्ष दा वाहिगुरु ने नाश नहीं कीता? भगत कबीर जी की रखिया आप की वाहिगुरु जी ने।
ਭਗਤ ਨਾਮਦੇਵ ਜੀ ਦੀ ਰੱਖਿਆ ਆਪ ਕੀਤੀ ਹੈ। ਬਾਦਸ਼ਾਹ ਚੜਿਓ ਅਹੰਕਾਰ, ਗਦ ਹਸਤੀ ਲੀਨੋ ਚਮਕਾਰ। ਪਰ ਜਿਸ ਵੇਲੇ ਹਾਥੀ ਦੇ ਅੱਗੇ ਨਾਮਦੇਵ ਨੂੰ ਸੁੱਟਣ ਦਾ ਯਤਨ ਕੀਤਾ ਤਾਂ ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੋ ਖੁਦਾਏ। ਨਾਮਦੇਵ ਕਹਿਣ ਲੱਗੇ, ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜੈ ਤਉ ਹਰ ਗੁਣ ਗਾਏ। ਪਰ ਗੁਰੂ ਪਿਆਰਿਓ, ਕਰੈ ਗੁਸਨ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੈ ਹਰ ਕੀ ਓਟ। ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀਏ, ਜਨ ਲੀਏ ਮਾਨੀ। ਪ੍ਰਭੂ ਨੇ ਆਪਣੇ ਜਨਾਂ ਦੀ ਮੰਨਣਾ ਕੀਤੀ ਹੈ। ਸਤ ਵਚਨ ਨਾਨਕ ਕਹੈ, ਪ੍ਰਗਟ ਸਭ ਮਾਹੇ। ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਸੱਚ ਵਚਨ ਕਹਿ ਰਹੇ ਹਾਂ। ਪ੍ਰਭੂ ਦੇ ਪਿਆਰੇ ਦੀ ਮਹਿਮਾ ਸਾਰਿਆਂ 'ਚ ਪ੍ਰਗਟ ਹੈ, ਉਹ ਸਾਰੇ ਜਾਣੇ ਜਾਂਦੇ ਨੇ। ਪ੍ਰਭ ਕੇ ਸੇਵਕ ਸ਼ਰਨ ਪ੍ਰਭ, ਤਿਨ ਕੋ ਭਉ ਨਾਹੇ। ਪ੍ਰਭੂ ਦੇ ਪਿਆਰੇ ਪ੍ਰਭੂ ਦੀ ਸ਼ਰਨ 'ਚ ਨੇ, ਜਿਹੜੇ ਸ਼ਰਨ 'ਚ ਪਏ ਨੇ, ਤਿਨ ਕੋ ਭਉ ਨਾਹੇ, ਉਹਨਾਂ ਨੂੰ ਭੈ ਕੋਈ ਨਹੀਂ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਇਹ ਪਾਵਨ ਲੜੀਵਾਰ ਚੱਲ ਰਹੀ ਵਿਚਾਰ ਅਧੀਨ ਆਏ ਸ਼ਬਦ ਦੀ ਆਪ ਕਥਾ ਸਰਵਣ ਕੀਤੀ ਆ। 3 ਮਿੰਟ ਬਾਕੀ ਨੇ। ਮੈਂ ਆਪ ਸੰਗਤ ਨੂੰ ਇੱਕ ਸਨੇਮਰ ਬੇਨਤੀ ਕਰਨ ਲੱਗਿਆ। ਮੈਂ ਵਿਚਕਾਰ ਵੀ ਬੇਨਤੀ ਕੀਤੀ ਆ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 1665 19 ਜੂਨ ਨੂੰ ਰਾਜਾ ਦੀਪ ਚੰਦ ਰਾਜੇ ਦੀ ਰਾਣੀ ਚੰਪਾ ਦੇ ਕੋਲੋਂ ਕੁਝ ਪਿੰਡਾਂ ਦੀ ਧਰਤੀ ਖਰੀਦ ਕੇ ਆਨੰਦਪੁਰ ਸਾਹਿਬ ਵਸਾਵਣਾ ਕੀਤਾ ਸੀ। ਆ ਜਿਹੜਾ 2015 19 ਜੂਨ ਆ ਰਿਹਾ ਹੈ, 350 ਸਾਲਾ 350 ਸਾਲਾ ਸਥਾਪਨਾ ਦਿਵਸ ਆਨੰਦਪੁਰ ਸਾਹਿਬ ਦਾ ਗੁਰ ਸੰਗਤ ਜੀ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਿੰਘ ਸਾਹਿਬਾਨਾਂ ਵੱਲੋਂ, ਸਮੁੱਚੇ ਪੰਥ ਵੱਲੋਂ ਇਹ ਆਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਆ ਜਿਹੜੀ 2014 19 ਜੂਨ ਲੰਘੀ ਆ, ਉਦੋਂ ਤੋਂ ਆਨੰਦਪੁਰ ਸਾਹਿਬ ਵਿੱਚ ਇੱਕ ਬਹੁਤ ਵੱਡਾ ਸਮਾਗਮ ਕਰਕੇ ਸਮਾਗਮਾਂ ਦੀ ਲੜੀ ਆਰੰਭ ਕੀਤੀ ਹੋਈ ਆ। ਇਸ ਸੰਬੰਧ ਵਿੱਚ ਸਮਾਗਮ ਕੀਤੇ ਜਾ ਰਹੇ ਨੇ, ਨਗਰ ਕੀਰਤਨਾਂ ਦੇ ਪ੍ਰੋਗਰਾਮ ਲਿਖੇ ਗਏ ਨੇ। ਇੱਕ ਸਦਭਾਵਨਾ ਦਲ ਬਣਿਆ, ਉਹਦੇ ਮੁੱਖ ਸੇਵਕ ਹਨ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ, ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਮੇਰੀ ਬੇਨਤੀ ਪ੍ਰਵਾਨ ਕਰਕੇ 5 ਨਗਰ ਕੀਰਤਨਾਂ ਦੀ ਜ਼ਿੰਮੇਵਾਰੀ ਉਹਨਾਂ ਨੇ ਲਈ ਆ। ਪਹਿਲਾ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ 25 ਸਤੰਬਰ ਨੂੰ ਆਰੰਭ ਹੋ ਕੇ ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਹ ਸਥਾਪਨਾ ਦਿਵਸ ਨੂੰ ਸਮਰਪਿਤ ਪਹੁੰਚ ਰਿਹਾ ਹੈ। ਉਹਨਾਂ ਵੱਲੋਂ ਇੱਕ 20 ਨਵੰਬਰ ਨੂੰ ਨਗਰ ਕੀਰਤਨ ਆਰੰਭ ਹੋ ਕਰਕੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਰਿਹਾ ਹੈ। ਤੀਸਰਾ 23 ਦਸੰਬਰ ਨੂੰ ਪਟਿਆਲੇ ਤੋਂ ਨਾਭੇ ਤੋਂ ਆਰੰਭ ਹੋ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਰਿਹਾ ਹੈ। ਚੌਥਾ 28 ਦਸੰਬਰ ਨੂੰ ਸਾਰਾਗੜ੍ਹੀ ਫਿਰੋਜ਼ਪੁਰ ਤੋਂ ਆਰੰਭ ਹੋ ਕਰਕੇ ਨਗਰ ਕੀਰਤਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਰਿਹਾ ਹੈ। ਪੰਜਵਾਂ 17 ਮਈ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋ ਕਰਕੇ 21 ਮਈ ਨੂੰ 5 ਦਿਨਾਂ ਦਾ ਇਹ ਜੋ ਰੂਟ ਬਣਿਆ ਹੋਇਆ ਹੈ, ਧੰਨ ਗੁਰੂ ਕਲਗੀਧਰ ਦੇ ਨਾਮ ਦੇ ਉੱਤੇ, ਉਸ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੋਂ ਦੀ ਚੱਲਦਾ 5 ਦਿਨਾਂ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਗਰ ਕੀਰਤਨ ਪਹੁੰਚੇਗਾ। ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਫਰਵਰੀ ਦੇ ਮਹੀਨੇ ਦੇ ਅੰਦਰ ਬਹੁਤ ਵੱਡਾ ਨਗਰ ਕੀਰਤਨ ਤਖਤ ਕੇਸਗੜ੍ਹ ਸਾਹਿਬ ਲੈ ਕੇ ਜਾ ਰਹੇ ਨੇ। 5 ਬੱਸਾਂ ਵਿਦੇਸ਼ਾਂ ਤੋਂ ਆ ਰਹੇ ਨੇ ਸਿੰਘ ਭਰ ਕੇ। ਬਾਬਾ ਮਾਨ ਸਿੰਘ ਜੀ ਵੀ ਬਹੁਤ ਵੱਡਾ ਨਗਰ ਕੀਰਤਨ ਉੱਥੇ ਲੈ ਕੇ ਆ ਰਹੇ ਨੇ। ਗੁਰੂ ਕਲਗੀਧਰ ਦੇ ਨਾਨਕੇ ਲਖਨੌਰ ਤੋਂ ਭਾਈ ਮਨਜੀਤ ਸਿੰਘ ਗੰਗਾ ਨਰਸਰੀ ਵਾਲੇ ਉਹ ਨਗਰ ਕੀਰਤਨ ਲੈ ਕੇ ਉੱਥੇ ਆ ਰਹੇ ਹਨ। ਪਨਿਆਲੀਆਂ ਵਾਲੇ ਬਾਬਾ ਜਗਤਾਰ ਸਿੰਘ ਜੀ ਨੇ ਉਹ ਨਗਰ ਕੀਰਤਨ ਲੈ ਕੇ ਆ ਰਹੇ ਹਨ। ਇਸੇ ਤਰ੍ਹਾਂ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ, ਉਹ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਗੁਰੂ ਕੇ ਮਹਿਲ ਅੰਮ੍ਰਿਤਸਰ ਹੋਇਆ 6 ਅਪ੍ਰੈਲ ਨੂੰ, ਉੱਥੋਂ ਨਗਰ ਕੀਰਤਨ ਲੈ ਕੇ ਆ ਰਹੇ ਨੇ। ਜਾਣੇ ਬਹੁਤ 12-13 ਨਗਰ ਕੀਰਤਨ ਤਾਂ ਉਲੀਕੇ ਗਏ ਨੇ। ਬਾਕੀ ਤਖਤ ਸਾਹਿਬਾਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨਾਂ ਦੇ ਪ੍ਰੋਗਰਾਮ ਲਿਖੇ ਜਾਣੇ ਆ। ਇੱਥੇ ਵੀ ਮੈਂ ਬੇਨਤੀ ਕਰਦਾ, ਇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਜੀ ਕੇ ਅਤੇ ਨਾਲ ਉਹਨਾਂ ਦੇ ਜਿੰਨੇ ਸਹਿਯੋਗੀ ਪ੍ਰਬੰਧਕ ਕਮੇਟੀ ਆ, ਹੈਡ ਗ੍ਰੰਥੀ ਸਾਹਿਬ, ਸਾਰੀ ਸਮੁੱਚੀ ਇੱਥੋਂ ਦੀ ਸੰਗਤ ਨੂੰ 1 ਜੂਨ ਦੇ ਮਹੀਨੇ 'ਚ ਜਦੋਂ ਇਹ 17, 18, 19 ਜੂਨ ਨੂੰ ਬਹੁਤ ਵੱਡਾ ਸਮਾਗਮ ਹੋਣਾ ਹੈ 2015 'ਚ ਆਨੰਦਪੁਰ ਸਾਹਿਬ,
ਉਦੋਂ ਇੱਕ ਨਗਰ ਕੀਰਤ ਇੱਥੋਂ ਵੀ मैं बेनती मिल के भी करांगा, हुण भी मैं बेनती कर रहा है, एक इत्थों भी नगर कीर्तन जावेगा, सारे तख्त साहिबाना तो वख-वख आवणगे, सारियां संगतां ने, क्योंकि असीं विश्व भर दे अंदर जिथे गुरु नानक नाम लेवा सिख बैठे आ, फकर दे नाल असीं कह सकते हैं भी असीं आनंदपुर साहब दे वासी हाँ। साडा जन्म तख्त श्री केसगढ़ साहब दा है, साडे नानके गुरु के लाहौर, साडा पिता इको गुरु गोबिंद सिंह साहब जी, माता माता साहब देव कौर जी, जिथों दे असीं वासी हाँ गुरु प्यारिओ, फिर उत्थे जाइए ना, उत्थे दे दर्शन ना करिए। मेरी हाथ जोड़ बेनती आ, 350 साला स्थापना दिवस जो 19 जून 2015 ਨੂੰ आ रहा है, जिस दे असीं वासी कलगीधर ने बनाया, सानू उत्थे सारियां ने भीड़ा घत के उत्थे आउणा है। इन्ना को कुछ कहंदा दास खेमां दा जाचक, धन गुरु ग्रंथ साहब जी का कोटान कोट धन्नवाद, हैड ग्रंथी साहब का, समुची प्रबंधक कमेटी का, समुची संगत का बहुत बहुत धन्नवाद। इन्नी क बेनती प्रवान कर लेनी, अखीरलियां पंक्तियां आपां रल मिल के पढ़ सुन लईए, फिर फतेह प्रवान कर लेने जी। सत वचन नानक कहे